ਸੱਚ ਦਾ ਰਾਹ ਕਿੰਨਾ ਔਖਾ, ਇੱਕ ਦੁਕਾਨਦਾਰ ਦੀ ਕਹਾਣੀ। ਪਿੰਡ ਦੇ ਚੌਰਾਹੇ ਤੇ ਬੂਟਾ ਸਿੰਘ ਦੀ ਇੱਕ ਛੋਟੀ ਕਰਿਆਨੇ ਦੀ ਦੁਕਾਨ ਸੀ। ਘਰ ਵਿੱਚ ਬੁੱਢੀ ਮਾਂ, ਪਤਨੀ ਤੇ ਦੋ ਛੋਟੇ ਬੱਚੇ। ਜ਼ਿੰਦਗੀ ਬਹੁਤ ਆਰਾਮ ਵਾਲੀ ਤਾਂ ਨਹੀਂ ਸੀ, ਪਰ ਰੋਟੀ ਕੱਪੜਾ ਚੱਲਦਾ ਰਹਿੰਦਾ ਸੀ। ਬੂਟਾ ਸਿੰਘ ਦਾ ਇੱਕ ਹੀ ਸਿਧਾਂਤ ਸੀ, ਝੂਠ ਨਹੀਂ ਬੋਲਣਾ, ਨਕਲੀ ਚੀਜ਼ ਨਹੀਂ ਵੇਚਣੀ। ਜਿਸ ਦਿਨ ਕੋਈ ਗਾਹਕ ਘੱਟ ਮਾਪ ਦੇਣ ਲਈ ਜਾਂ ਨਕਲੀ ਚੀਜ਼ ਰੱਖਣ ਲਈ ਕਹਿੰਦਾ, ਉਹ ਸਾਫ਼ ਕਹਿੰਦਾ, ਭਰਾ ਜੀ, ਲਾਭ ਘਾਟਾ ਮੇਰੇ ਰੱਬ ਦੇ ਹੱਥ ਹੈ, ਪਰ ਧੋਖਾ ਨਹੀਂ ਕਰ ਸਕਦਾ। ਲੋਕ ਉਸ ਦੀ ਸੱਚਾਈ ਨੂੰ ਜਾਣਦੇ ਸਨ, ਪਰ ਕਈ ਵਾਰ ਕਹਿੰਦੇ, ਬੂਟਾ, ਇਸ ਤਰ੍ਹਾਂ ਸੱਚੇ ਰਹੇ ਕਿ ਤੂੰ ਕਦੇ ਅਮੀਰ ਨਹੀਂ ਬਣ ਸਕੇਗਾ। ਸਮਾਂ ਬੀਤਦਾ ਗਿਆ। ਨੇੜੇ ਹੀ ਇੱਕ ਨਵੀਂ ਵੱਡੀ ਦੁਕਾਨ ਖੁੱਲ ਗਈ। ਉਹਨਾਂ ਨੇ ਗਾਹਕ ਖਿੱਚਣ ਲਈ ਸਸਤੀ ਤੇ ਕਈ ਵਾਰ ਮਿਲਾਵਟ ਵਾਲੀ ਚੀਜ਼ ਵੀ ਵੇਚਣੀ ਸ਼ੁਰੂ ਕਰ ਦਿੱਤੀ। ਬੂਟਾ ਸਿੰਘ ਦੀ ਦੁਕਾਨ ਸੁੰਨੀ ਹੋ ਗਈ। ਕਈ ਦਿਨਾਂ ਤੱਕ ਬੱਚਿਆਂ ਲਈ ਦੁੱਧ ਤੱਕ ਮੁਸ਼ਕਿਲ ਨਾਲ ਆਉਂਦਾ ਸੀ। ਇੱਕ ਰਾਤ ਬੈਠ ਕੇ ਉਹ ਸੋਚ ਰਿਹਾ ਸੀ, ਜੇ ਮੈਂ ਵੀ ਕੁਝ ਮਿਲਾਵਟ ਕਰ ਲਵਾਂ ਤਾਂ ਕਾਰੋਬਾਰ ਚੜੇਗਾ, ਪਰ ਫਿਰ ਮੈਂ ਆਪਣੇ ਆਪ ਨੂੰ ਅੱਖਾਂ ਵਿੱਚ ਕਿਵੇਂ ਵੇਖਾਂਗਾ। ਮਾਂ ਨੇ ਉਸ ਦਾ ਮੱਥਾ ਸਹਿਲਾਉਂਦਿਆਂ ਕਿਹਾ, ਪੁੱਤਰਾ, ਸੱਚੇ ਰਾਹ ਵਾਲੇ ਦੇ ਪੈਰ ਹਿਲਦੇ ਤਾਂ ਨੇ, ਪਰ ਡਿੱਗਦੇ ਨਹੀਂ। ਰੱਬ ਦੇ ਘਰ ਦੇ ਰਿਹਾ, ਹਨੇਰ ਨਹੀਂ। ਬੂਟਾ ਸਿੰਘ ਨੇ ਹੌਸਲਾ ਨਹੀਂ ਛੱਡਿਆ। ਕੁਝ ਸਮੇਂ ਬਾਅਦ ਪਿੰਡ ਵਿੱਚ ਇੱਕ ਸਰਕਾਰੀ ਜਾਂਚ ਆਈ। ਮਿਲਾਵਟ ਵਾਲੇ ਸਾਰੇ ਦੁਕਾਨਦਾਰ ਫੜੇ ਗਏ, ਭਾਰੀ ਜੁਰਮਾਨੇ ਪਏ ਤੇ ਲੋਕਾਂ ਦਾ ਭਰੋਸਾ ਟੁੱਟ ਗਿਆ। ਪਰ ਜਦੋਂ ਬੂਟਾ ਸਿੰਘ ਦੀ ਦੁਕਾਨ ਦੀ ਜਾਂਚ ਹੋਈ, ਸਭ ਕੁਝ ਸਾਫ਼ ਸੀ। ਗਾਂਵ ਦੇ ਲੋਕਾਂ ਨੂੰ ਫਿਰ ਯਾਦ ਆਇਆ, ਇਹੀ ਹੈ ਉਹ ਬੰਦਾ ਜਿਸ ਤੇ ਅੱਖ ਬੰਦ ਕਰਕੇ ਭਰੋਸਾ ਕਰ ਸਕਦੇ ਹਾਂ। ਫਿਰ ਉਸ ਦੀ ਦੁਕਾਨ ਤੇ ਲਾਈਨ ਲੱਗਣੀ ਸ਼ੁਰੂ ਹੋ ਗਈ। ਆਮਦਨੀ ਵੀ ਵਧੀ ਤੇ ਇੱਜ਼ਤ ਵੀ। ਸੱਚ ਦਾ ਰਾਹ ਔਖਾ ਜ਼ਰੂਰ ਹੈ, ਪਰ ਅੰਤ ਵਿੱਚ ਇੱਜ਼ਤ, ਸੁੱਖ ਤੇ ਸੱਚੀ ਕਾਮਯਾਬੀ ਸਿਰਫ ਉਸੇ ਰਾਹ ਤੇ ਮਿਲਦੀ ਹੈ। ਬੂਟਾ ਸਿੰਘ ਦੀ ਦੁਕਾਨ ਹੁਣ ਫਿਰੋਂ ਚੱਲਣ ਲੱਗੀ ਸੀ। ਲੋਕ ਉਸ ਨੂੰ ਸੱਚੇ ਬੂਟੇ ਆਖ ਕੇ ਸੱਦਦੇ ਸਨ, ਪਰ ਉਸ ਦੇ ਅੰਦਰ ਇੱਕ ਦਰਦ ਵੀ ਸੀ। ਇੱਕ ਰਾਤ ਉਹ ਆਪਣੀ ਪਤਨੀ ਨਾਲ ਗੱਲ ਕਰਦਾ ਹੋਇਆ ਬੋਲਿਆ, ਬੂਟਾ ਸਿੰਘ, ਕਦੇ-ਕਦੇ ਸੋਚਦਾ ਹਾਂ, ਜੇ ਮੈਂ ਵੀ ਥੋੜੀ ਚਲਾਕੀ ਕਰ ਲੈਂਦਾ ਤਾਂ ਬੱਚਿਆਂ ਨੂੰ ਵਧੀਆ ਸਕੂਲ ਭੇਜ ਸਕਦਾ ਸੀ। ਪਤਨੀ, ਪਰ ਸੋਚ, ਉਹਨਾਂ ਦੀਆਂ ਰੋਟੀਆਂ ਸੱਚੇ ਹੱਕ ਨਾਲ ਨਹੀਂ ਹੁੰਦੀਆਂ। ਜੇ ਉਹਨਾਂ ਦੀਆਂ ਰਗਾਂ ਵਿੱਚ ਝੂਠ ਦੀ ਕਮਾਈ ਜਾਂਦੀ ਤਾਂ ਕਿ ਉਹ ਕਦੇ ਸੱਚੇ ਬੰਦੇ ਬਣਦੇ। ਇਹ ਗੱਲ ਬੂਟੇ ਦੇ ਦਿਲ 'ਚ ਲੱਗ ਗਈ। ਕੁਝ ਸਮੇਂ ਬਾਅਦ ਪਿੰਡ ਵਿੱਚ ਇੱਕ ਵੱਡਾ ਮੇਲਾ ਲੱਗਾ। ਸ਼ਹਿਰ ਤੋਂ ਵੱਡੇ ਅਫਸਰ ਵੀ ਆਏ। ਉਹਨਾਂ ਨੇ ਲੋਕਾਂ ਤੋਂ ਪੁੱਛਿਆ, ਇੱਥੇ ਸਭ ਤੋਂ ਭਰੋਸੇਮੰਦ ਦੁਕਾਨ ਕਿਹੜੀ ਹੈ? ਸਾਰੇ ਇੱਕੋ ਬੋਲ ਪਏ, ਬੂਟਾ ਸਿੰਘ ਦੀ ਕਰਿਆਨੇ ਵਾਲੀ ਦੁਕਾਨ। ਅਫਸਰ ਉਸ ਦੀ ਦੁਕਾਨ ਤੇ ਗਏ। ਉੱਥੇ ਹਰ ਚੀਜ਼ ਸਾਫ਼ ਸੁਥਰੀ, ਸਹੀ ਤੋਲ, ਸਹੀ ਕੀਮਤ ਤੇ ਸੱਚਾਈ ਨਾਲ ਸੀ। ਅਫਸਰ ਨੇ ਕਿਹਾ, ਬੂਟਾ ਸਿੰਘ, ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਰਗੇ ਸੱਚੇ ਬੰਦੇ ਨੂੰ ਪਿੰਡ ਦੀ ਸਹਿਕਾਰੀ ਸੁਸਾਇਟੀ ਦਾ ਮੁਖੀ ਬਣਾਈਏ। ਬੂਟੇ ਦੀਆਂ ਅੱਖਾਂ ਭਰ ਆਈਆਂ। ਉਹ ਹੌਲੀ ਜਿਹਾ ਕਹਿੰਦਾ, ਮੈਂ ਤਾਂ ਸਿਰਫ ਸੱਚ ਦਾ ਰਾਹ ਚੁਣਿਆ ਸੀ, ਸੋਚਿਆ ਨਹੀਂ ਸੀ ਕਿ ਇਸ ਰਾਹ ਤੇ ਇੱਜ਼ਤ ਵੀ ਇੰਨੀ ਵੱਡੀ ਮਿਲੇਗੀ। ਜ਼ਿੰਦਗੀ ਦੇ ਮੇਲੇ ਵਿੱਚ ਲੋਕਾਂ ਦੀਆਂ ਜੇਬਾਂ ਭਰਨਾ ਆਸਾਨ ਹੈ, ਪਰ ਲੋਕਾਂ ਦਾ ਭਰੋਸਾ ਭਰਨਾ ਸਭ ਤੋਂ ਵੱਡੀ ਕਾਮਯਾਬੀ ਹੈ। ਸੱਚ ਦਾ ਰਾਹ ਕਿੰਨਾ ਵੀ ਔਖਾ ਹੋਵੇ, ਉਸ ਦੇ ਪੈਰਾਂ ਹੇਠਾਂ ਆਖਿਰਕਾਰ ਇੱਜ਼ਤ ਤੇ ਸੁੱਖ ਹੀ ਮਿਲਦਾ ਹੈ। ਸੁਸਾਇਟੀ ਦਾ ਮੁਖੀ ਬਣਨ ਤੋਂ ਬਾਅਦ ਬੂਟਾ ਸਿੰਘ ਦੇ ਸਾਹਮਣੇ ਹੋਰ ਵੱਡੀਆਂ ਜ਼ਿੰਮੇਵਾਰੀਆਂ ਆ ਗਈਆਂ। ਹੁਣ ਉਸ ਨੂੰ ਸਿਰਫ ਆਪਣੀ ਦੁਕਾਨ ਨਹੀਂ, ਸਾਰੇ ਪਿੰਡ ਦੇ ਹਿੱਤ ਲਈ ਸੋਚਣਾ ਪੈਂਦਾ ਸੀ। ਇੱਕ ਦਿਨ ਸ਼ਹਿਰ ਦੀ ਇੱਕ ਵੱਡੀ ਕੰਪਨੀ ਦਾ ਏਜੰਟ ਉਸ ਦੇ ਕੋਲ ਆਇਆ। ਉਸ ਨੇ ਕਿਹਾ, ਏਜੰਟ ਬੂਟਾ ਸਿੰਘ ਜੀ, ਜੇ ਤੁਸੀਂ ਸਾਡੇ ਦਾਣੇ ਤੇ ਕੀ ਆਪਣੀ ਸੁਸਾਇਟੀ ਰਾਹੀਂ ਪਿੰਡ ਵਿੱਚ ਵੇਚੋਗੇ ਤਾਂ ਤੁਹਾਨੂੰ ਵੱਡਾ ਕਮਿਸ਼ਨ ਮਿਲੇਗਾ। ਬੂਟਾ ਸਿੰਘ, ਪਰ ਮੈਂ ਤਾਂ ਸੁਣਿਆ ਹੈ, ਤੁਹਾਡੇ ਘੀ ਵਿੱਚ ਮਿਲਾਵਟ ਹੁੰਦੀ ਹੈ। ਏਜੰਟ ਹੱਸ ਕੇ, ਉਹ ਤਾਂ ਅਫਵਾਹਾਂ ਹਨ। ਲੋਕਾਂ ਨੂੰ ਸਸਤਾ ਚਾਹੀਦਾ ਹੈ, ਗੁਣਵੱਤਾ ਨਹੀਂ। ਤੁਸੀਂ ਹਾਂ ਕਰ ਦਿਓ, ਪੈਸਾ ਹੀ ਪੈਸਾ ਹੋਵੇਗਾ। ਬੂਟੇ ਦਾ ਦਿਲ ਡੋਲਿਆ। ਘਰ ਵਿੱਚ ਅਜੇ ਵੀ ਕਈ ਵਾਰ ਬੱਚਿਆਂ ਲਈ ਨਵੇਂ ਜੁੱਤੇ ਲੈਣਾ ਮੁਸ਼ਕਿਲ ਸੀ। ਪਰ ਉਸ ਨੂੰ ਆਪਣੀ ਮਾਂ ਦੀ ਗੱਲ ਯਾਦ ਆ ਗਈ, ਸੱਚੇ ਰਾਹ ਵਾਲੇ ਦੇ ਪੈਰ ਹਿਲਦੇ ਤਾਂ ਨੇ, ਪਰ ਡਿੱਗਦੇ ਨਹੀਂ। ਉਸਨੇ ਸਾਫ਼ ਜਵਾਬ ਦਿੱਤਾ, ਮੇਰੇ ਹੱਥੋਂ ਧੋਖਾ ਨਹੀਂ ਹੋਣਾ। ਜੇ ਮੇਰੇ ਬੱਚਿਆਂ ਨੂੰ ਨੰਗੇ ਪੈਰ ਰਹਿਣਾ ਪਏ, ਉਹ ਮੰਨ ਲਾਂਗਾ, ਪਰ ਕਿਸੇ ਹੋਰ ਦੇ ਬੱਚੇ ਨੂੰ ਮਿਲਾਵਟ ਵਾਲੀ ਰੋਟੀ ਨਹੀਂ ਖਵਾ ਸਕਦਾ। ਏਜੰਟ ਨਾਰਾਜ਼ ਹੋ ਕੇ ਚਲਾ ਗਿਆ। ਪਿੰਡ ਦੇ ਲੋਕਾਂ ਨੇ ਇਹ ਗੱਲ ਸੁਣੀ ਤਾਂ ਉਹਨਾਂ ਦਾ ਬੂਟੇ ਤੇ ਭਰੋਸਾ ਹੋਰ ਵੱਧ ਗਿਆ। ਹੁਣ ਲੋਕ ਕਹਿਣ ਲੱਗੇ, ਬੂਟਾ ਸਿੰਘ ਤਾਂ ਸਾਡੇ ਲਈ ਸਿਰਫ ਦੁਕਾਨਦਾਰ ਨਹੀਂ, ਸਾਡੇ ਪਿੰਡ ਦੀ ਇੱਜ਼ਤ ਹੈ। ਸਾਲਾਂ ਬਾਅਦ, ਜਦੋਂ ਬੂਟਾ ਸਿੰਘ ਬੁੱਢਾ ਹੋ ਗਿਆ, ਪਿੰਡ ਦੇ ਸਕੂਲ ਨੇ ਉਸ ਨੂੰ ਇਮਾਨਦਾਰੀ ਦਾ ਪ੍ਰਤੀਕ ਕਹਿ ਕੇ ਸਨਮਾਨਿਤ ਕੀਤਾ। ਬੱਚਿਆਂ ਨੇ ਫੁੱਲ ਦੇ ਕੇ ਕਿਹਾ, ਚਾਚਾ ਜੀ, ਤੁਸੀਂ ਸਾਨੂੰ ਸਿਖਾਇਆ ਹੈ ਕਿ ਸੱਚ ਦਾ ਰਾਹ ਔਖਾ ਤਾਂ ਹੈ, ਪਰ ਸਭ ਤੋਂ ਸੁੰਦਰ ਵੀ ਹੈ। ਬੂਟੇ ਦੀਆਂ ਅੱਖਾਂ 'ਚੋਂ ਹੰਝੂ ਲੁੜਕ ਪਏ।
ਉਸਨੇ ਹੌਲੀ ਜਿਹਾ ਕਿਹਾ, ਪੁੱਤਰੋ, ਮੇਰੀ ਦੁਕਾਨ ਤਾਂ ਛੋਟੀ ਸੀ, ਪਰ ਜੇ ਮੇਰੀ ਸੱਚਾਈ ਤੁਹਾਡੀ ਜ਼ਿੰਦਗੀ ਵਿੱਚ ਵੱਡੀ ਹੋ ਜਾਵੇ ਤਾਂ ਮੇਰਾ ਜੀਵਨ ਸਫਲ ਹੋ ਗਿਆ। ਸੱਚਾ ਬੰਦਾ ਸ਼ਾਇਦ ਕਦੇ ਅਮੀਰ ਨਹੀਂ ਬਣਦਾ, ਪਰ ਉਹ ਲੋਕਾਂ ਦੇ ਦਿਲਾਂ ਦਾ ਰਾਜਾ ਬਣ ਜਾਂਦਾ ਹੈ। ਸੱਚ ਦਾ ਰਾਹ ਔਖਾ ਹੈ, ਪਰ ਉਸ ਰਾਹ ਦੀਆਂ ਚਾਲਾਂ ਦੇ ਨਿਸ਼ਾਨ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਰੋਸ਼ਨੀ ਬਣਦੇ ਹਨ। ਬੂਟਾ ਸਿੰਘ ਬੁੱਢਾ ਹੋ ਗਿਆ ਸੀ। ਦੁਕਾਨ ਹੁਣ ਉਸ ਦਾ ਪੁੱਤਰ ਗੁਰਮੁਖ ਸੰਭਾਲਦਾ ਸੀ। ਗੁਰਮੁਖ ਸ਼ਹਿਰ ਵਿੱਚ ਪੜ੍ਹ ਕੇ ਆਇਆ ਸੀ। ਉਸਨੇ ਆਪਣੇ ਪਿਤਾ ਨੂੰ ਕਿਹਾ, ਗੁਰਮੁਖ, ਬਾਬਾ ਜੀ, ਸਮਾਂ ਬਦਲ ਗਿਆ ਹੈ। ਹੁਣ ਆਨਲਾਈਨ ਬਾਜ਼ਾਰਾਂ ਤੇ ਵੱਡੇ ਮਾਲ ਖੁੱਲ ਗਏ ਹਨ। ਜੇ ਅਸੀਂ ਸਿਰਫ ਸੱਚਾਈ ਤੇ ਟਿਕੇ ਰਹੇ ਤਾਂ ਕਾਰੋਬਾਰ ਪਿੱਛੇ ਰਹਿ ਜਾਵੇਗਾ। ਬੂਟਾ ਸਿੰਘ ਨੇ ਮੁਸਕਰਾ ਕੇ ਕਿਹਾ, ਪੁੱਤਰਾ, ਕਾਰੋਬਾਰ ਛੋਟਾ ਵੱਡਾ ਹੋ ਸਕਦਾ ਹੈ, ਪਰ ਇੱਜ਼ਤ ਦੀ ਮੰਡੀ ਕਦੇ ਬੰਦ ਨਹੀਂ ਹੁੰਦੀ। ਜਿਹੜਾ ਇੱਕ ਵਾਰ ਲੋਕਾਂ ਦੇ ਭਰੋਸੇ ਵਿੱਚ ਵਸ ਗਿਆ, ਉਹਨਾਂ ਦੇ ਦਿਲਾਂ ਤੋਂ ਕਦੇ ਨਹੀਂ ਨਿਕਲਦਾ। ਗੁਰਮੁਖ ਨੂੰ ਸ਼ੱਕ ਤਾਂ ਸੀ, ਪਰ ਉਸਨੇ ਪਿਤਾ ਦੀ ਗੱਲ ਮੰਨ ਲਈ। ਉਸਨੇ ਦੁਕਾਨ ਨੂੰ ਆਧੁਨਿਕ ਤਰੀਕੇ ਨਾਲ ਬਣਾਇਆ, ਸਾਫ਼ ਸ਼ੀਸ਼ੇ ਵਾਲੀਆਂ ਸ਼ੈਲਫਾਂ, ਆਨਲਾਈਨ ਆਰਡਰ ਦੀ ਸਹੂਲਤ ਤੇ ਨਾਲ ਹੀ ਸੱਚਾਈ ਦੀ ਪਰੰਪਰਾ। ਪਿੰਡ ਦੇ ਨਾਲ ਨਾਲ ਹੁਣ ਨੇੜਲੇ ਸ਼ਹਿਰ ਦੇ ਲੋਕ ਵੀ ਗੁਰਮੁਖ ਦੀ ਦੁਕਾਨ ਤੋਂ ਸਮਾਨ ਮੰਗਣ ਲੱਗ ਪਏ। ਲੋਕ ਕਹਿੰਦੇ, ਇਹ ਉਹੀ ਬੂਟਾ ਸਿੰਘ ਵਾਲਾ ਘਰਾਣਾ ਹੈ, ਜਿੱਥੇ ਧੋਖਾ ਨਹੀਂ ਹੁੰਦਾ। ਇੱਕ ਦਿਨ ਬੂਟਾ ਸਿੰਘ ਬੈਠਾ ਸੀ, ਬਾਹਰ ਮੀਂਹ ਪੈ ਰਿਹਾ ਸੀ। ਉਸਦੇ ਪੋਤੇ ਨੇ ਉਸ ਨੂੰ ਪੁੱਛਿਆ, ਪੋਤਾ, ਬਾਬਾ ਜੀ, ਤੁਸੀਂ ਸਾਰੀ ਉਮਰ ਸੱਚ ਕਿਉਂ ਬੋਲਦੇ ਰਹੇ? ਝੂਠ ਬੋਲ ਕੇ ਵੀ ਤਾਂ ਅਮੀਰ ਬਣ ਸਕਦੇ ਸੀ। ਬੂਟਾ ਸਿੰਘ ਨੇ ਪੋਤੇ ਨੂੰ ਗੋਦ ਵਿੱਚ ਬਿਠਾ ਕੇ ਕਿਹਾ, ਪੁੱਤਰਾ, ਸੋਨੇ ਦੀਆਂ ਅੰਗੂਠੀਆਂ ਤੇ ਮਹਿਲ ਲੋਕ ਭੁੱਲ ਜਾਂਦੇ ਹਨ, ਪਰ ਸੱਚਾਈ ਦੀ ਸੁਗੰਧ ਉਹਨਾਂ ਦੇ ਦਿਲਾਂ ਵਿੱਚ ਹਮੇਸ਼ਾ ਰਹਿੰਦੀ ਹੈ। ਮੇਰੇ ਕੋਲ ਪੈਸੇ ਘੱਟ ਸਨ, ਪਰ ਅੱਜ ਵੇਖ, ਤੈਨੂੰ ਤੇਰੇ ਪਿਓ ਨੂੰ ਲੋਕ ਇੱਜ਼ਤ ਨਾਲ ਯਾਦ ਕਰਦੇ ਹਨ। ਇਹੀ ਹੈ ਅਸਲੀ ਦੌਲਤ। ਪੋਤੇ ਨੇ ਮੱਥਾ ਝੁਕਾ ਕੇ ਕਿਹਾ, ਬਾਬਾ ਜੀ, ਮੈਂ ਵੀ ਵਾਅਦਾ ਕਰਦਾ ਹਾਂ ਕਿ ਤੁਹਾਡੀ ਇਹ ਸੱਚਾਈ ਦੀ ਰਾਹ ਤੇ ਹੀ ਚੱਲਾਂਗਾ। ਬੂਟੇ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ। ਉਸਨੇ ਅਸਮਾਨ ਵੱਲ ਦੇਖ ਕੇ ਹੌਲੀ ਜਿਹਾ ਕਿਹਾ, ਸੱਚ ਦਾ ਰਾਹ ਔਖਾ ਸੀ, ਪਰ ਹੁਣ ਮੇਰੇ ਵੰਸ਼ ਦੀਆਂ ਪੌੜੀਆਂ ਇਸ ਰਾਹ ਤੇ ਪੱਕੀਆਂ ਹੋ ਗਈਆਂ ਹਨ। ਸੱਚਾ ਬੰਦਾ ਆਪਣੀ ਜ਼ਿੰਦਗੀ ਵਿੱਚ ਚਾਹੇ 1000 ਮੁਸ਼ਕਲਾਂ ਸਹਿ ਲਏ, ਪਰ ਜਦੋਂ ਉਸ ਦੀ ਸੋਚ ਤੇ ਉਸ ਦੇ ਅਸੂਲ ਆਉਣ ਵਾਲੀ ਪੀੜ੍ਹੀ ਦੇ ਖੂਨ ਵਿੱਚ ਵਹਿਣ ਲੱਗਦੇ ਹਨ, ਤਾਂ ਉਹ ਬੰਦਾ ਅਮਰ ਹੋ ਜਾਂਦਾ ਹੈ। ਬੂਟਾ ਸਿੰਘ ਦੇ ਦੇਹਾਂਤ ਨੂੰ ਕਈ ਸਾਲ ਬੀਤ ਗਏ। ਉਸ ਦਾ ਪੋਤਾ, ਅਰਜਨ, ਹੁਣ ਜਵਾਨ ਸੀ। ਸ਼ਹਿਰ ਵਿੱਚ ਕਾਲਜ ਜਾਂਦਾ ਸੀ। ਉੱਥੇ ਉਸਨੇ ਵੇਖਿਆ ਕਿ ਕਈ ਵਿਦਿਆਰਥੀ ਛੋਟੇ-ਛੋਟੇ ਫਾਇਦੇ ਲਈ ਨਕਲ ਕਰਦੇ, ਝੂਠ ਬੋਲਦੇ ਜਾਂ ਗਲਤ ਤਰੀਕੇ ਨਾਲ ਅੱਗੇ ਵਧਦੇ। ਇੱਕ ਦਿਨ ਉਸਦੇ ਦੋਸਤਾਂ ਨੇ ਕਿਹਾ, ਅਰਜਨ, ਐਗਜ਼ਾਮ ਔਖਾ ਹੈ। ਚੱਲ, ਚਿੱਠੀਆਂ ਨਾਲ ਤਿਆਰੀ ਕਰ ਲਈਏ। ਸਭ ਕਰਦੇ ਹਨ। ਅਰਜਨ ਦੇ ਸਾਹਮਣੇ ਆਪਣੇ ਬਾਬਾ ਜੀ ਦੀ ਤਸਵੀਰ ਆ ਗਈ। ਉਹਨਾਂ ਦੀ ਆਵਾਜ਼ ਜਿਵੇਂ ਕੰਨ ਵਿੱਚ ਗੂੰਜੀ, ਪੁੱਤਰਾ, ਸੱਚਾ ਰਾਹ ਮੁਸ਼ਕਲ ਹੁੰਦਾ ਹੈ, ਪਰ ਉਸੇ ਨਾਲ ਮਾਣ ਮਿਲਦਾ ਹੈ। ਅਰਜਨ ਨੇ ਇਨਕਾਰ ਕਰ ਦਿੱਤਾ। ਉਸਦੇ ਦੋਸਤ ਹੱਸ ਪਏ, ਤੂੰ ਪੁਰਾਣੀ ਸੋਚ ਵਾਲਾ ਹੈ। ਅੱਜ ਕੱਲ ਸੱਚ ਨਾਲ ਕੋਈ ਨਹੀਂ ਜਿੱਤਦਾ। ਪਰ ਨਤੀਜਿਆਂ ਦੇ ਦਿਨ, ਅਰਜਨ ਨੇ ਇਮਾਨਦਾਰੀ ਨਾਲ ਪਾਸ ਕੀਤਾ। ਉਸਦੇ ਕਈ ਦੋਸਤ ਫੜੇ ਗਏ ਤੇ ਬਦਨਾਮ ਹੋਏ। ਪਿੰਡ ਵਾਪਸੀ। ਕਾਲਜ ਪੂਰਾ ਕਰਕੇ ਅਰਜਨ ਪਿੰਡ ਵਾਪਸ ਆਇਆ। ਹੁਣ ਦੁਕਾਨ ਇੱਕ ਛੋਟੇ ਸੁਪਰਮਾਰਕੀਟ ਵਿੱਚ ਬਦਲ ਚੁੱਕੀ ਸੀ, ਪਰ ਨਾਮ ਅਜੇ ਵੀ ਉਹੀ ਸੀ। ਬੂਟਾ ਸਿੰਘ ਦੀ ਸੱਚੀ ਦੁਕਾਨ। ਲੋਕ ਅਜੇ ਵੀ ਉਸਨਾਂ ਨੂੰ ਇੱਜ਼ਤ ਨਾਲ ਲੈਂਦੇ ਸਨ। ਅਰਜਨ ਨੇ ਸੋਚਿਆ, ਜੇ ਮੇਰੇ ਬਾਬਾ ਜੀ ਨੇ ਸੱਚ ਨਾਲ ਆਪਣੀ ਜ਼ਿੰਦਗੀ ਜਿੱਤੀ ਸੀ, ਤਾਂ ਮੈਂ ਵੀ ਇਸੇ ਰਾਹ ਨੂੰ ਨਵੇਂ ਰੰਗਾਂ ਵਿੱਚ ਜਗਾਉਣਾ ਹੈ। ਉਸਨੇ ਸੋਸ਼ਲ ਮੀਡੀਆ ਤੇ ਇੱਕ ਪੇਜ ਬਣਾਇਆ, ਸੱਚੀ ਰਾਹੀ ਵਪਾਰ। ਉੱਥੇ ਉਹ ਲੋਕਾਂ ਨੂੰ ਦੱਸਦਾ ਸੀ ਕਿ ਕਿਵੇਂ ਸੱਚੇ ਤੋਲ, ਸਾਫ਼ ਸਮਾਨ ਤੇ ਠੀਕ ਕੀਮਤ ਨਾਲ ਕਾਰੋਬਾਰ ਚਲਾਇਆ ਜਾ ਸਕਦਾ ਹੈ। ਵੱਡਾ ਇਮਤਿਹਾਨ। ਇੱਕ ਵਾਰ ਇੱਕ ਵੱਡੀ ਕੰਪਨੀ ਨੇ ਅਰਜਨ ਨੂੰ ਲੱਖਾਂ ਰੁਪਏ ਦੀ ਡੀਲ ਦੀ ਪੇਸ਼ਕਸ਼ ਕੀਤੀ। ਸ਼ਰਤ ਇਹ ਸੀ ਕਿ ਉਸ ਨੂੰ ਕੁਝ ਸਮਾਨ ਦਾ ਮਿਆਰ ਘਟਾ ਕੇ ਵੇਚਣਾ ਪਵੇਗਾ। ਅਰਜਨ ਦੇ ਪਰਿਵਾਰ ਨੇ ਕਿਹਾ, ਪੁੱਤਰਾ, ਪੈਸਾ ਬਹੁਤ ਵੱਡਾ ਹੈ। ਸੋਚ ਕੇ ਫੈਸਲਾ ਕਰ। ਪਰ ਅਰਜਨ ਨੇ ਹੱਸ ਕੇ ਜਵਾਬ ਦਿੱਤਾ, ਜਿਸ ਨਾਮ ਨਾਲ ਸਾਡੀ 3 ਪੀੜ੍ਹੀਆਂ ਚਲਦੀਆਂ ਆਈਆਂ ਹਨ, ਉਸ ਨੂੰ ਮੈਂ ਵੇਚ ਨਹੀਂ ਸਕਦਾ। ਸਾਡੀ ਸਭ ਤੋਂ ਵੱਡੀ ਦੌਲਤ ਸੱਚਾਈ ਹੈ। ਉਸਨੇ ਉਹ ਡੀਲ ਠੁਕਰਾ ਦਿੱਤੀ। ਰੋਸ਼ਨੀ। ਸਾਲਾਂ ਬਾਅਦ, ਅਰਜਨ ਨੇ ਇੱਕ ਸੱਚੇ ਕਾਰੋਬਾਰੀ ਦੇ ਰੂਪ ਵਿੱਚ ਸ਼ਹਿਰ ਆਪਣਾ ਨਾਮ ਬਣਾਇਆ। ਲੋਕ ਉਸਦੀ ਦੁਕਾਨ ਤੇ ਉਸਦੇ ਆਨਲਾਈਨ ਸਟੋਰ ਨੂੰ ਸਿਰਫ ਇਸ ਲਈ ਚੁਣਦੇ ਸਨ ਕਿ ਇਹ ਉਹੀ ਬੂਟਾ ਸਿੰਘ ਦੀ ਵਿਰਾਸਤ ਹੈ, ਜਿੱਥੇ ਸੱਚ ਨੂੰ ਹੀ ਧਰਮ ਮੰਨਿਆ ਜਾਂਦਾ ਹੈ। ਅਰਜਨ ਅਕਸਰ ਆਪਣੇ ਬਾਬਾ ਜੀ ਦੀ ਤਸਵੀਰ ਦੇ ਸਾਹਮਣੇ ਬੈਠ ਕੇ ਕਹਿੰਦਾ, ਬਾਬਾ ਜੀ, ਤੁਸੀਂ ਸਾਨੂੰ ਦਿਖਾਇਆ ਕਿ ਸੱਚ ਦਾ ਰਾਹ ਔਖਾ ਹੁੰਦਾ ਹੈ। ਮੈਂ ਉਹੀ ਔਖਾ ਰਾਹ ਚੁਣਿਆ, ਪਰ ਅੱਜ ਇਹੀ ਰਾਹ ਸਾਡਾ ਮਾਣ ਬਣ ਗਿਆ ਹੈ।
ਸੱਚਾਈ ਕੋਈ ਇੱਕ ਜ਼ਿੰਦਗੀ ਦਾ ਸਫ਼ਰ ਨਹੀਂ, ਇਹ ਪੀੜ੍ਹੀਆਂ ਦਾ ਰਾਹ ਹੈ। ਜਿਹੜੇ ਲੋਕ ਸੱਚ ਦੇ ਬੀਜ ਬੀਜਦੇ ਹਨ, ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਉਸ ਦੀ ਛਾਂ ਵਿੱਚ ਇੱਜ਼ਤ ਤੇ ਸੁੱਖ ਦੀਆਂ ਰੋਟੀਆਂ ਖਾਂਦੀਆਂ ਹਨ। ਅਰਜਨ ਦੇ 2 ਬੱਚੇ ਸਨ। ਵੱਡੀ ਧੀ ਗੁਰਪ੍ਰੀਤ, ਜੋ ਅਧਿਆਪਕਾ ਬਣਨਾ ਚਾਹੁੰਦੀ ਸੀ। ਛੋਟਾ ਪੁੱਤਰ ਹਰਮੀਤ, ਜਿਸ ਦੀ ਦਿਲਚਸਪੀ ਕਾਰੋਬਾਰ ਵਿੱਚ ਸੀ। ਇੱਕ ਦਿਨ ਗੁਰਪ੍ਰੀਤ ਨੇ ਆਪਣੇ ਪਿਓ ਨਾਲ ਕਿਹਾ, ਪਾਪਾ, ਮੈਂ ਸਕੂਲ ਵਿੱਚ ਵੇਖਦੀ ਹਾਂ ਕਿ ਕਈ ਅਧਿਆਪਕ ਬੱਚਿਆਂ ਤੋਂ ਪੈਸੇ ਲੈ ਕੇ ਟਿਊਸ਼ਨ ਕਰਦੇ ਹਨ। ਪਰ ਮੈਂ ਚਾਹੁੰਦੀ ਹਾਂ ਕਿ ਬੱਚਿਆਂ ਨੂੰ ਸੱਚੇ ਦਿਲ ਨਾਲ ਸਿਖਾਵਣ, ਬਿਨਾਂ ਲਾਲਚ ਦੇ। ਅਰਜਨ ਨੇ ਮੁਸਕਰਾ ਕੇ ਕਿਹਾ, ਬੇਟੀਏ, ਜਿਹੜਾ ਪਾਠ ਸੱਚਾਈ ਨਾਲ ਸਿਖਾਇਆ ਜਾਵੇ, ਉਹ ਬੱਚਿਆਂ ਦੇ ਦਿਲਾਂ ਵਿੱਚ ਹਮੇਸ਼ਾ ਰਹਿੰਦਾ ਹੈ। ਤੂੰ ਇਹੀ ਰਾਹ ਚੁਣ, ਇਹੀ ਸਾਡੀ ਵਿਰਾਸਤ ਹੈ। ਹਰਮੀਤ ਦਾ ਇਮਤਿਹਾਨ। ਹਰਮੀਤ ਨੇ ਆਪਣੇ ਪਿਓ ਦੀ ਦੁਕਾਨ ਦੀ ਆਨਲਾਈਨ ਸ਼ਾਖਾ ਸੰਭਾਲੀ। ਉਸਦੇ ਦੋਸਤਾਂ ਨੇ ਕਿਹਾ, ਜੇ ਤੂੰ ਡਿਸਕਾਊਂਟ ਦੇ ਨਾਮ ਤੇ ਲੋਕਾਂ ਨੂੰ ਘੱਟ ਮਾਲ ਦੇਵੇਂ ਤਾਂ ਮੁਨਾਫਾ ਦੋਗੁਣਾ ਹੋ ਜਾਵੇਗਾ। ਹਰਮੀਤ ਨੂੰ ਇੱਕ ਪਲ ਲਈ ਲਾਲਚ ਆਇਆ, ਪਰ ਉਸਦੇ ਦਿਲ ਵਿੱਚ ਬਾਬਾ ਬੂਟਾ ਸਿੰਘ ਦੀ ਉਹ ਕਹਾਣੀ ਗੂੰਜੀ, ਜੇ ਮੇਰੇ ਬੱਚਿਆਂ ਨੂੰ ਨੰਗੇ ਪੈਰ ਰਹਿਣਾ ਪਏ, ਉਹ ਮੰਨ ਲਾਂਗਾ, ਪਰ ਕਿਸੇ ਹੋਰ ਦੇ ਬੱਚੇ ਨੂੰ ਮਿਲਾਵਟ ਵਾਲੀ ਰੋਟੀ ਨਹੀਂ ਖਵਾ ਸਕਦਾ। ਹਰਮੀਤ ਨੇ ਦੋਸਤਾਂ ਨੂੰ ਸਾਫ਼ ਕਿਹਾ, ਪੈਸਾ ਤਾਂ ਅੱਜ ਆ ਕੇ ਕੱਲ ਚਲਾ ਜਾਵੇਗਾ, ਪਰ ਇੱਜ਼ਤ ਇੱਕ ਵਾਰ ਗਵਾਈ ਤਾਂ ਮੁੜ ਨਹੀਂ ਆਉਂਦੀ। ਵਿਰਾਸਤ ਦੀ ਜਿੱਤ। ਸਮੇਂ ਦੇ ਨਾਲ ਬੂਟਾ ਸਿੰਘ ਦੀ ਸੱਚੀ ਦੁਕਾਨ ਸਿਰਫ ਪਿੰਡ ਦੀ ਨਹੀਂ, ਸਾਰੇ ਇਲਾਕੇ ਦੀ ਪਛਾਣ ਬਣ ਗਈ। ਲੋਕ ਕਹਿਣ ਲੱਗੇ, ਇੱਥੇ ਚੀਜ਼ ਮਹਿੰਗੀ ਹੋਵੇ ਤਾਂ ਹੋਵੇ, ਪਰ ਦਿਲ ਦਾ ਸੁੱਖ ਮੁਫਤ ਮਿਲਦਾ ਹੈ। ਗੁਰਪ੍ਰੀਤ ਆਪਣੇ ਵਿਦਿਆਰਥੀਆਂ ਨੂੰ ਸੱਚਾਈ ਦੀਆਂ ਕਹਾਣੀਆਂ ਸੁਣਾਉਂਦੀ। ਹਰਮੀਤ ਆਪਣੇ ਕਾਰੋਬਾਰ ਰਾਹੀਂ ਇਮਾਨਦਾਰ ਵਪਾਰ ਦਾ ਮਾਡਲ ਪੇਸ਼ ਕਰਦਾ। ਇੱਕ ਵੱਡੇ ਸਮਾਗਮ ਵਿੱਚ ਅਰਜਨ ਨੂੰ ਪਰਿਵਾਰ ਸਮੇਤ ਸਨਮਾਨਿਤ ਕੀਤਾ ਗਿਆ। ਉਸਦੇ ਬੱਚਿਆਂ ਨੇ ਮੰਚ ਤੇ ਕਿਹਾ, ਸਾਡੀ ਸਭ ਤੋਂ ਵੱਡੀ ਦੌਲਤ ਪੈਸਾ ਨਹੀਂ, ਸਾਡੀ ਵਿਰਾਸਤ ਸੱਚਾਈ ਹੈ। ਹਾਲ ਵਿੱਚ ਖੜੇ ਸਾਰੇ ਲੋਕ ਤਾਲੀਆਂ ਵਜਾਉਂਦੇ ਹੋਏ ਖੜੇ ਹੋ ਗਏ। ਅਰਜਨ ਨੇ ਅਸਮਾਨ ਵੱਲ ਦੇਖਿਆ ਤੇ ਬਾਬਾ ਬੂਟਾ ਸਿੰਘ ਨੂੰ ਯਾਦ ਕਰਦੇ ਹੋਏ ਹੌਲੀ ਜਿਹਾ ਬੋਲਿਆ, ਬਾਬਾ ਜੀ, ਤੁਸੀਂ ਬੀਜ ਬੀਜੇ ਸਨ, ਅੱਜ ਉਹ ਦਰਖਤ ਛਾਂ ਦੇ ਰਿਹਾ ਹੈ। ਸੱਚ ਦਾ ਰਾਹ ਔਖਾ ਹੈ, ਪਰ ਜਦੋਂ ਉਹ ਵਿਰਾਸਤ ਵਾਂਗ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੈ, ਤਾਂ ਉਹ ਸਿਰਫ ਇੱਕ ਪਰਿਵਾਰ ਨਹੀਂ, ਸਾਰੀ ਕੌਮ ਦਾ ਮਾਣ ਬਣ ਜਾਂਦਾ ਹੈ। ਸਾਲ ਬੀਤਦੇ ਗਏ। ਹੁਣ ਹਰਮੀਤ ਦੇ ਬੱਚੇ ਜਵਾਨ ਹੋ ਚੁੱਕੇ ਸਨ। ਉਸਦੀ ਧੀ ਸਿਮਰਨ ਨੇ ਸੋਸ਼ਲ ਵਰਕ ਦੀ ਪੜ੍ਹਾਈ ਕੀਤੀ ਸੀ। ਉਸਦਾ ਸੁਪਨਾ ਸੀ, ਸੱਚਾਈ ਦਾ ਸੁਨੇਹਾ ਸਿਰਫ ਦੁਕਾਨ ਜਾਂ ਪਿੰਡ ਵਿੱਚ ਹੀ ਨਹੀਂ, ਸਾਰੇ ਦੇਸ਼ ਵਿੱਚ ਫੈਲਾਉਣਾ। ਇੱਕ ਦਿਨ ਸਿਮਰਨ ਨੇ ਪਰਿਵਾਰ ਨੂੰ ਕਿਹਾ, ਸਾਡੇ ਬਾਬਾ ਜੀ ਨੇ ਇੱਕ ਦੁਕਾਨ ਤੋਂ ਸੱਚਾਈ ਦੀ ਸ਼ੁਰੂਆਤ ਕੀਤੀ ਸੀ। ਮੈਂ ਚਾਹੁੰਦੀ ਹਾਂ ਕਿ ਅਸੀਂ ਇੱਕ ਮੁਹਿੰਮ ਚਲਾਈਏ, ਸੱਚਾ ਵਪਾਰ, ਸੱਚਾ ਸਮਾਜ। ਮੁਹਿੰਮ ਦੀ ਸ਼ੁਰੂਆਤ। ਸਿਮਰਨ ਨੇ ਸੋਸ਼ਲ ਮੀਡੀਆ ਤੇ ਲਾਈਵ ਆ ਕੇ ਲੋਕਾਂ ਨੂੰ ਕਿਹਾ, ਜੇ ਅਸੀਂ ਛੋਟੀ-ਛੋਟੀ ਚੀਜ਼ਾਂ ਵਿੱਚ ਝੂਠ ਨਹੀਂ ਬੋਲਾਂਗੇ, ਤੋਲ ਵਿੱਚ, ਕਾਰੋਬਾਰ ਵਿੱਚ, ਬੱਚਿਆਂ ਦੀ ਸਿੱਖਿਆ ਵਿੱਚ, ਤਾਂ ਸਾਡਾ ਸਮਾਜ ਆਪਣੇ ਆਪ ਸਾਫ਼ ਹੋ ਜਾਵੇਗਾ। ਲੋਕਾਂ ਨੂੰ ਇਹ ਗੱਲ ਦਿਲ ਨੂੰ ਛੂਹ ਗਈ। ਹੌਲੀ-ਹੌਲੀ ਕਈ ਹੋਰ ਦੁਕਾਨਦਾਰ, ਅਧਿਆਪਕ ਤੇ ਕਿਸਾਨ ਇਸ ਮੁਹਿੰਮ ਨਾਲ ਜੁੜ ਗਏ। ਸੱਚ ਦੀ ਤਾਕਤ। ਇੱਕ ਵਾਰ ਵੱਡੇ ਸ਼ਹਿਰ ਵਿੱਚ ਬਿਜ਼ਨਸ ਐਥਿਕਸ ਕਾਨਫਰੰਸ ਹੋਈ। ਉੱਥੇ ਸਿਮਰਨ ਨੇ ਆਪਣੇ ਪਰਿਵਾਰ ਦੀ ਕਹਾਣੀ ਸੁਣਾਈ। ਬੂਟਾ ਸਿੰਘ ਤੋਂ ਲੈ ਕੇ ਹਰਮੀਤ ਤੱਕ। ਹਾਲ ਭਰਿਆ ਹੋਇਆ ਸੀ। ਲੋਕਾਂ ਦੀਆਂ ਅੱਖਾਂ ਭਰੀਆਂ ਪਈਆਂ ਸਨ। ਇੱਕ ਵੱਡੇ ਉਦਯੋਗਪਤੀ ਨੇ ਖੜ ਕੇ ਕਿਹਾ, ਤੁਹਾਡੇ ਪਰਿਵਾਰ ਨੇ ਸਾਨੂੰ ਦਿਖਾਇਆ ਹੈ ਕਿ ਇਮਾਨਦਾਰੀ ਸਿਰਫ ਇੱਕ ਗੱਲ ਨਹੀਂ, ਇਹ ਇੱਕ ਪੂਰਾ ਵਿਰਾਸਤੀ ਸੰਸਕਾਰ ਹੈ। ਉਸਨੇ ਘੋਸ਼ਣਾ ਕੀਤੀ ਕਿ ਉਹ ਆਪਣੀ ਕੰਪਨੀ ਵਿੱਚ ਬੂਟਾ ਸਿੰਘ ਐਵਾਰਡ ਸ਼ੁਰੂ ਕਰੇਗਾ, ਜੋ ਹਰ ਸਾਲ ਸਭ ਤੋਂ ਸੱਚੇ ਕਾਰੋਬਾਰੀ ਨੂੰ ਦਿੱਤਾ ਜਾਵੇਗਾ। ਵਿਰਾਸਤ ਦੀ ਚਮਕ। ਜਦੋਂ ਇਹ ਖਬਰ ਪਿੰਡ ਵਿੱਚ ਪਹੁੰਚੀ, ਤਾਂ ਪੁਰਾਣੇ ਲੋਕ ਰੋ ਪਏ। ਉਹ ਕਹਿਣ ਲੱਗੇ, ਜਿਸ ਬੂਟੇ ਨੂੰ ਲੋਕ ਕਦੇ ਕਹਿੰਦੇ ਸਨ ਕਿ ਸੱਚ ਨਾਲ ਅਮੀਰ ਨਹੀਂ ਬਣ ਸਕੇਗਾ, ਉਸ ਦੇ ਨਾਮ ਤੇ ਅੱਜ ਪੂਰੇ ਦੇਸ਼ ਵਿੱਚ ਇਨਾਮ ਦਿੱਤਾ ਜਾ ਰਿਹਾ ਹੈ। ਗੁਰਪ੍ਰੀਤ, ਹਰਮੀਤ ਅਤੇ ਸਾਰਾ ਪਰਿਵਾਰ ਮੰਚ ਤੇ ਖੜਾ ਸੀ। ਉਹਨਾਂ ਨੇ ਹੱਥ ਜੋੜ ਕੇ ਕਿਹਾ, ਇਹ ਸਾਡੀ ਜਿੱਤ ਨਹੀਂ, ਇਹ ਸੱਚ ਦੀ ਜਿੱਤ ਹੈ। ਰਾਤ ਨੂੰ ਅਸਮਾਨ ਵਿੱਚ ਚਮਕਦਿਆਂ ਤਾਰਿਆਂ ਵੱਲ ਵੇਖ ਕੇ ਸਿਮਰਨ ਨੇ ਹੌਲੀ ਜਿਹਾ ਕਿਹਾ, ਬਾਬਾ ਬੂਟਾ ਸਿੰਘ, ਤੁਸੀਂ ਸਾਨੂੰ ਔਖੇ ਰਾਹ ਤੇ ਲਾਇਆ ਸੀ। ਅੱਜ ਉਹੀ ਰਾਹ ਸਾਡੇ ਪਰਿਵਾਰ ਦੀ ਨਹੀਂ, ਸਾਡੇ ਦੇਸ਼ ਦੀ ਸ਼ਾਨ ਬਣ ਗਿਆ ਹੈ। ਹਵਾ ਵਿੱਚ ਜਿਵੇਂ ਬਾਬਾ ਬੂਟਾ ਦੀ ਆਵਾਜ਼ ਗੂੰਜੀ, ਸੱਚ ਦਾ ਰਾਹ ਔਖਾ ਤਾਂ ਹੁੰਦਾ ਹੈ ਪੁੱਤਰੋ, ਪਰ ਜਿਸਨੇ ਵੀ ਇਸ ਰਾਹ ਨੂੰ ਅਪਣਾ ਲਿਆ, ਉਸ ਦਾ ਨਾਮ ਰੌਸ਼ਨੀ ਬਣ ਕੇ ਚਮਕਦਾ ਹੈ। ਸੱਚਾਈ ਜਦੋਂ ਸਿਰਫ ਇੱਕ ਘਰ ਜਾਂ ਇੱਕ ਦੁਕਾਨ ਦੀ ਨਹੀਂ ਰਹਿੰਦੀ, ਸਗੋਂ ਪੂਰੇ ਸਮਾਜ ਦੀ ਵਿਰਾਸਤ ਬਣ ਜਾਂਦੀ ਹੈ, ਤਾਂ ਉਹ ਔਖਾ ਰਾਹ ਮਨੁੱਖਤਾ ਦਾ ਸਭ ਤੋਂ ਸੁੰਦਰ ਰਾਹ ਬਣ ਜਾਂਦਾ ਹੈ। ਸਿਮਰਨ ਦੀ ਸੱਚਾ ਵਪਾਰ, ਸੱਚਾ ਸਮਾਜ ਮੁਹਿੰਮ ਹੁਣ ਸਿਰਫ ਦੇਸ਼ ਵਿੱਚ ਹੀ ਨਹੀਂ, ਵਿਦੇਸ਼ਾਂ ਵਿੱਚ ਵੀ ਪਹੁੰਚ ਗਈ ਸੀ। ਕੈਨੇਡਾ, ਇੰਗਲੈਂਡ,
ਅਮਰੀਕਾ ਦੇ ਪੰਜਾਬੀ ਪ੍ਰਵਾਸੀ ਭਰਾਵਾਂ ਨੇ ਉਸ ਨੂੰ ਸੱਦਾ ਦਿੱਤਾ। ਵਿਦੇਸ਼ ਦਾ ਸਫ਼ਰ। ਟੋਰਾਂਟੋ ਵਿੱਚ ਇੱਕ ਵੱਡਾ ਸਮਾਗਮ ਹੋਇਆ। ਉੱਥੇ ਸਿਮਰਨ ਨੇ ਆਪਣੇ ਬਾਬਾ ਬੂਟਾ ਸਿੰਘ ਦੀ ਕਹਾਣੀ ਦੱਸਣੀ ਸ਼ੁਰੂ ਕੀਤੀ। ਇੱਕ ਛੋਟੀ ਜਿਹੀ ਪਿੰਡ ਦੀ ਦੁਕਾਨ ਤੋਂ ਸ਼ੁਰੂ ਹੋਇਆ ਸੱਚਾਈ ਦਾ ਸਫ਼ਰ, ਕਿਵੇਂ 4 ਪੀੜ੍ਹੀਆਂ ਤੱਕ ਚੱਲ ਕੇ ਅੱਜ ਤੁਹਾਡੇ ਸਾਹਮਣੇ ਖੜਾ ਹੈ। ਹਾਲ ਤਾਲੀਆਂ ਨਾਲ ਗੂੰਜਿਆ। ਕਈ ਬਜ਼ੁਰਗਾਂ ਦੀਆਂ ਅੱਖਾਂ ਭਰ ਆਈਆਂ। ਕਿਸੇ ਨੇ ਕਿਹਾ, ਸਾਡੀ ਧਰਤੀ ਤੋਂ ਜਿਹੜਾ ਬੂਟਾ ਸੱਚਾਈ ਦਾ ਉੱਗਿਆ ਸੀ, ਅੱਜ ਉਹ ਪੂਰੀ ਦੁਨੀਆ ਵਿੱਚ ਛਾਂ ਕਰ ਰਿਹਾ ਹੈ। ਇੱਕ ਨਵੀਂ ਸ਼ੁਰੂਆਤ। ਸਿਮਰਨ ਨੇ ਐਲਾਨ ਕੀਤਾ, ਅਸੀਂ ਇੱਕ ਗਲੋਬਲ ਨੈਟਵਰਕ ਬਣਾਵਾਂਗੇ, ਸੱਚਾ ਵਪਾਰ ਗਲੋਬਲ ਅਲਾਇੰਸ, ਜਿੱਥੇ ਕੋਈ ਵੀ ਕਾਰੋਬਾਰੀ ਆਪਣਾ ਨਾਮ ਸੱਚਾਈ ਨਾਲ ਜੋੜ ਕੇ ਲੋਕਾਂ ਦਾ ਭਰੋਸਾ ਜਿੱਤ ਸਕਦਾ ਹੈ। ਬਹੁਤ ਸਾਰੀਆਂ ਕੰਪਨੀਆਂ, ਖਾਸ ਕਰਕੇ ਯੁਵਾ ਉਦਯੋਗਪਤੀ, ਇਸ ਨੈਟਵਰਕ ਨਾਲ ਜੁੜ ਗਏ। ਇੱਕ ਇੱਕ ਕਰਕੇ ਲੋਕਾਂ ਨੇ ਆਪਣੇ ਕਾਰੋਬਾਰ ਵਿੱਚ ਬੂਟਾ ਸਿੰਘ ਪ੍ਰਣ ਲੈਣਾ ਸ਼ੁਰੂ ਕੀਤਾ। ਕਦੇ ਧੋਖਾ ਨਹੀਂ ਦੇਵਾਂਗਾ, ਸੱਚ ਨੂੰ ਹੀ ਆਪਣੀ ਕਮਾਈ ਦਾ ਆਧਾਰ ਬਣਾਵਾਂਗਾ। ਪਰਿਵਾਰ ਦੀ ਖੁਸ਼ੀ। ਜਦੋਂ ਸਿਮਰਨ ਵਾਪਸ ਪਿੰਡ ਆਈ, ਸਾਰਾ ਪਰਿਵਾਰ ਉਸ ਦੀ ਪ੍ਰਤੀਕਸ਼ਾ ਕਰ ਰਿਹਾ ਸੀ। ਹਰਮੀਤ ਨੇ ਉਸ ਦੇ ਮੱਥੇ ਨੂੰ ਚੁੰਮ ਕੇ ਕਿਹਾ, ਧੀਏ, ਤੂੰ ਬੂਟਾ ਬਾਬਾ ਦਾ ਸੁਪਨਾ ਸਾਰੀ ਦੁਨੀਆ ਵਿੱਚ ਜਗਾ ਦਿੱਤਾ। ਹੁਣ ਸਾਡੀ ਵਿਰਾਸਤ ਸਿਰਫ ਸਾਡੇ ਘਰ ਦੀ ਨਹੀਂ ਰਹੀ, ਸਗੋਂ ਕਈਆਂ ਘਰਾਂ ਦੀ ਬਣ ਗਈ ਹੈ। ਗੁਰਪ੍ਰੀਤ ਨੇ ਰੋਣੀ ਆਵਾਜ਼ ਵਿੱਚ ਕਿਹਾ, ਇਹ ਸਿਰਫ ਕਹਾਣੀ ਨਹੀਂ ਰਹੀ, ਇਹ ਹੁਣ ਇਤਿਹਾਸ ਬਣ ਚੁੱਕੀ ਹੈ। ਰਾਤ ਦੇ ਸਮੇਂ ਸਿਮਰਨ ਛੱਤ ਤੇ ਬੈਠੀ ਤਾਰਿਆਂ ਵੱਲ ਵੇਖ ਰਹੀ ਸੀ। ਉਸ ਨੂੰ ਲੱਗਿਆ ਜਿਵੇਂ ਅਸਮਾਨ ਤੋਂ ਬਾਬਾ ਬੂਟਾ ਸਿੰਘ ਦੀ ਆਵਾਜ਼ ਆ ਰਹੀ ਹੈ, ਪੁੱਤਰੀ, ਮੈਂ ਸੋਚਿਆ ਸੀ ਸੱਚ ਦਾ ਰਾਹ ਮੇਰੇ ਪਿੰਡ ਤੱਕ ਹੀ ਰਹੇਗਾ, ਪਰ ਤੂੰ ਉਸ ਨੂੰ ਦੁਨੀਆ ਦੇ ਰਾਹਾਂ ਤੇ ਚਮਕਾ ਦਿੱਤਾ। ਸਿਮਰਨ ਦੀਆਂ ਅੱਖਾਂ 'ਚੋਂ ਹੰਝੂ ਡੁੱਲਕ ਪਏ। ਉਸਨੇ ਹੌਲੀ ਜਿਹਾ ਕਿਹਾ, ਬਾਬਾ ਜੀ, ਸੱਚ ਦਾ ਰਾਹ ਔਖਾ ਸੀ, ਪਰ ਹੁਣ ਇਹੀ ਰਾਹ ਸਭ ਤੋਂ ਸੁੰਦਰ ਯਾਤਰਾ ਬਣ ਗਿਆ ਹੈ। ਸੱਚਾਈ ਛੋਟੀ ਦੁਕਾਨ ਤੋਂ ਸ਼ੁਰੂ ਹੋ ਸਕਦੀ ਹੈ, ਪਰ ਜੇ ਉਹ ਪੀੜ੍ਹੀ ਦਰ ਪੀੜ੍ਹੀ ਨਿਭਾਈ ਜਾਵੇ, ਤਾਂ ਉਹ ਪੂਰੀ ਦੁਨੀਆ ਲਈ ਪ੍ਰੇਰਣਾ ਬਣ ਸਕਦੀ ਹੈ। ਸਿਮਰਨ ਦੀ ਸੱਚਾ ਵਪਾਰ ਗਲੋਬਲ ਅਲਾਇੰਸ ਹੁਣ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਚੱਲਣ ਲੱਗ ਪਈ। ਬੱਚਿਆਂ ਨੂੰ ਛੋਟੀਆਂ-ਛੋਟੀਆਂ ਕਸਮਾਂ ਖੁਆਈਆਂ ਜਾਂਦੀਆਂ, ਕਦੇ ਨਕਲ ਨਹੀਂ ਕਰਾਂਗੇ, ਝੂਠ ਨਾਲ ਰੋਟੀ ਨਹੀਂ ਕਮਾਵਾਂਗੇ, ਸੱਚ ਨੂੰ ਹੀ ਆਪਣੀ ਤਾਕਤ ਮੰਨਾਂਗੇ। ਪਹਿਲਾਂ ਇਹ ਸਿਰਫ ਕੁਝ 100 ਵਿਦਿਆਰਥੀਆਂ ਤੱਕ ਸੀ, ਫਿਰ ਇਹ ਗਿਣਤੀ ਹਜ਼ਾਰਾਂ, ਲੱਖਾਂ ਵਿੱਚ ਪਹੁੰਚ ਗਈ। ਇੱਕ ਵੱਡਾ ਇਮਤਿਹਾਨ। ਇੱਕ ਵਾਰ ਕਿਸੇ ਵੱਡੀ ਬਹੁਰਾਸ਼ਟਰੀ ਕੰਪਨੀ ਦੇ ਮੁਖੀ ਨੇ ਸਿਮਰਨ ਨੂੰ ਮਿਲ ਕੇ ਕਿਹਾ, ਤੁਹਾਡੀ ਮੁਹਿੰਮ ਚੰਗੀ ਹੈ, ਪਰ ਬਿਜ਼ਨਸ ਦੀ ਦੁਨੀਆ ਵਿੱਚ ਸੱਚ ਨਾਲ ਸਭ ਕੁਝ ਨਹੀਂ ਚੱਲਦਾ। ਆਓ, ਅਸੀਂ ਤੁਹਾਨੂੰ ਆਪਣੇ ਬ੍ਰਾਂਡ ਦੀ ਅੰਬੈਸਡਰ ਬਣਾ ਦਿੰਦੇ ਹਾਂ। ਪੈਸਾ, ਸ਼ੋਹਰਤ, ਸਭ ਕੁਝ ਮਿਲੇਗਾ, ਪਰ ਤੁਹਾਨੂੰ ਆਪਣੀ ਮੁਹਿੰਮ ਦੇ ਕੁਝ ਨਿਯਮ ਢਿੱਲੇ ਕਰਨੇ ਪੈਣਗੇ। ਸਾਰੇ ਪਰਿਵਾਰ ਨੇ ਚਿੰਤਾ ਕੀਤੀ। ਪੇਸ਼ਕਸ਼ ਬਹੁਤ ਵੱਡੀ ਸੀ, ਪਰ ਸਿਮਰਨ ਨੇ ਹੱਸ ਕੇ ਕਿਹਾ, ਜੇ ਮੈਂ ਸੱਚਾਈ ਵੇਚਣ ਲਈ ਝੂਠਾ ਸਮਝੌਤਾ ਕਰ ਲਿਆ, ਤਾਂ ਇਹ ਮੇਰੇ ਬਾਬਾ ਬੂਟਾ ਸਿੰਘ ਦੀ ਵਿਰਾਸਤ ਨਾਲ ਧੋਖਾ ਹੋਵੇਗਾ। ਮੈਂ ਨਹੀਂ ਕਰ ਸਕਦੀ। ਉਸਨੇ ਪੇਸ਼ਕਸ਼ ਠੁਕਰਾ ਦਿੱਤੀ। ਇਨਾਮ ਤੋਂ ਵੱਡਾ ਇਨਾਮ। ਕੁਝ ਸਮੇਂ ਬਾਅਦ, ਸੰਯੁਕਤ ਰਾਸ਼ਟਰ ਨੇ ਸਿਮਰਨ ਨੂੰ ਸੱਦਾ ਦਿੱਤਾ। ਉਹਨਾਂ ਨੇ ਉਸ ਨੂੰ ਗਲੋਬਲ ਇੰਟੀਗ੍ਰਿਟੀ ਐਵਾਰਡ ਨਾਲ ਸਨਮਾਨਿਤ ਕੀਤਾ। ਮੰਚ ਤੇ ਖੜ ਕੇ ਸਿਮਰਨ ਨੇ ਕਿਹਾ, ਮੇਰਾ ਇਹ ਸਨਮਾਨ ਨਹੀਂ, ਮੇਰੇ ਬਾਬਾ ਜੀ ਦੀ ਉਸ ਛੋਟੀ ਦੁਕਾਨ ਦਾ ਸਨਮਾਨ ਹੈ, ਜਿੱਥੋਂ ਸੱਚਾਈ ਦੀ ਕਿਰਨ ਨਿਕਲੀ ਸੀ। ਪੂਰੀ ਦੁਨੀਆ ਦੇ ਅਖਬਾਰਾਂ ਵਿੱਚ ਖਬਰ ਛਪ ਗਈ। ਇੱਕ ਪਿੰਡ ਦੇ ਸੱਚੇ ਦੁਕਾਨਦਾਰ ਦੀ ਵਿਰਾਸਤ ਅੱਜ ਮਨੁੱਖਤਾ ਲਈ ਮਾਡਲ ਬਣੀ। ਚਮਕ। ਜਦੋਂ ਸਿਮਰਨ ਵਾਪਸ ਆਪਣੇ ਪਿੰਡ ਆਈ, ਉਸ ਰਾਤ ਪੂਰਾ ਪਿੰਡ ਦੀਵੇ ਜਗਾ ਕੇ ਉਸ ਦਾ ਸਵਾਗਤ ਕਰ ਰਿਹਾ ਸੀ। ਬੱਚੇ ਕਹਿਣ ਲੱਗੇ, ਅਸੀਂ ਵੀ ਬੂਟਾ ਸਿੰਘ ਵਾਂਗ ਸੱਚਾ ਬਣਨਾ ਚਾਹੁੰਦੇ ਹਾਂ। ਸਿਮਰਨ ਨੇ ਆਸਮਾਨ ਵੱਲ ਦੇਖ ਕੇ ਹੌਲੀ ਜਿਹਾ ਕਿਹਾ, ਬਾਬਾ ਜੀ, ਤੁਹਾਡਾ ਸੱਚ ਦਾ ਰਾਹ ਹੁਣ ਸਿਰਫ ਔਖਾ ਨਹੀਂ, ਇਹ ਸਾਰੀ ਦੁਨੀਆ ਦਾ ਰਾਹ ਬਣ ਗਿਆ ਹੈ। ਅਤੇ ਹਵਾ ਵਿੱਚ ਜਿਵੇਂ ਬਾਬਾ ਬੂਟਾ ਦੀ ਹੰਸੀ ਗੂੰਜੀ, ਪੁੱਤਰੋ, ਹੁਣ ਮੇਰਾ ਸੁਪਨਾ ਪੂਰਾ ਹੋ ਗਿਆ। ਸੱਚ ਦਾ ਰਾਹ ਔਖਾ ਜ਼ਰੂਰ ਹੈ, ਪਰ ਜਦੋਂ ਕੋਈ ਪਰਿਵਾਰ ਉਸ ਨੂੰ ਪੀੜ੍ਹੀ ਦਰ ਪੀੜ੍ਹੀ ਨਿਭਾਉਂਦਾ ਹੈ, ਤਾਂ ਉਹ ਰਾਹ ਇੱਕ ਦਿਨ ਪੂਰੀ ਦੁਨੀਆ ਦਾ ਸੱਚਾ ਰਾਹ ਬਣ ਜਾਂਦਾ ਹੈ। ਸੱਚ ਦਾ ਰਾਹ ਕਿੰਨਾ ਔਖਾ, ਅੱਗੇ ਦੀ ਕਹਾਣੀ ਨਵੀਂ ਪੀੜ੍ਹੀ ਦਾ ਜਨਮ। ਸਾਲ ਬੀਤਦੇ ਗਏ। ਸਿਮਰਨ ਦੀ ਧੀ ਆਵਨੀ ਵੱਡੀ ਹੋਈ। ਆਵਨੀ ਨੇ ਛੋਟੀ ਉਮਰ ਤੋਂ ਹੀ ਆਪਣੀ ਮਾਂ ਨੂੰ ਵੇਖਿਆ ਕਿ ਕਿਵੇਂ ਉਹ ਦੁਨੀਆ ਵਿੱਚ ਸੱਚ ਦੀ ਮੁਹਿੰਮ ਚਲਾ ਰਹੀ ਹੈ। ਪਰ ਉਸਨੇ ਇੱਕ ਨਵਾਂ ਪ੍ਰਸ਼ਨ ਪੁੱਛਿਆ, ਆਵਨੀ, ਮਾਂ ਜੀ, ਤੁਸੀਂ ਕਾਰੋਬਾਰ ਅਤੇ ਵਪਾਰ ਵਿੱਚ ਸੱਚਾਈ ਫੈਲਾਈ, ਪਰ ਸਿਆਸਤ ਵਿੱਚ ਤਾਂ ਸਭ ਤੋਂ ਵੱਧ ਝੂਠ ਹੈ। ਕੀ ਉੱਥੇ ਵੀ ਸੱਚਾਈ ਦੀ ਜਗ੍ਹਾ ਬਣ ਸਕਦੀ ਹੈ? ਸਿਮਰਨ ਕੁਝ ਪਲ ਚੁੱਪ ਰਹੀ, ਫਿਰ ਹੌਲੀ ਜਿਹੀ ਬੋਲੀ, ਬੇਟੀਏ, ਸੱਚ ਦਾ ਰਾਹ ਜਿੱਥੇ ਵੀ ਪਾਇਆ ਜਾਵੇ, ਔਖਾ ਤਾਂ ਹੋਵੇਗਾ, ਪਰ ਅਸੰਭਵ ਨਹੀਂ। ਜੇ ਤੇਰੇ ਦਿਲ ਵਿੱਚ ਹਿੰਮਤ ਹੈ, ਤੂੰ ਉਸ ਰਾਹ ਤੇ ਵੀ ਚੱਲ ਸਕਦੀ ਹੈ।
ਆਵਨੀ ਦਾ ਫੈਸਲਾ। ਆਵਨੀ ਨੇ ਪੜ੍ਹਾਈ ਪੂਰੀ ਕਰਕੇ ਸਮਾਜ ਸੇਵਾ ਤੋਂ ਸ਼ੁਰੂਆਤ ਕੀਤੀ। ਲੋਕ ਉਸ ਨੂੰ ਬੂਟਾ ਸਿੰਘ ਦੀ ਪਰਪੋਤੀ ਕਹਿ ਕੇ ਸੱਦਦੇ ਅਤੇ ਉਸ ਦੇ ਸ਼ਬਦਾਂ ਵਿੱਚ ਭਰੋਸਾ ਕਰਦੇ। ਜਲਦੀ ਹੀ ਉਹ ਪਿੰਡ ਦੀ ਸਿਆਸਤ ਵਿੱਚ ਆਈ। ਪਹਿਲੀ ਵਾਰ ਜਦੋਂ ਉਸਨੇ ਚੋਣ ਲੜੀ, ਵਿਰੋਧੀਆਂ ਨੇ ਕਿਹਾ, ਇਹ ਕੁੜੀ ਸਿਆਸਤ ਵਿੱਚ ਕਿਵੇਂ ਟਿਕੇਗੀ? ਇੱਥੇ ਤਾਂ ਪੈਸੇ, ਧੋਖੇ ਤੇ ਝੂਠ ਦਾ ਖੇਡ ਹੈ। ਪਰ ਆਵਨੀ ਨੇ ਬੂਟਾ ਸਿੰਘ ਦੀ ਵਿਰਾਸਤ ਨੂੰ ਆਪਣਾ ਹਥਿਆਰ ਬਣਾਇਆ। ਉਸਨੇ ਪਿੰਡ ਦੇ ਹਰ ਘਰ ਵਿੱਚ ਜਾ ਕੇ ਸਿਰਫ ਇੱਕੋ ਗੱਲ ਕਹੀ, ਮੈਂ ਵਾਅਦਾ ਨਹੀਂ ਕਰਦੀ, ਮੈਂ ਸੱਚ ਕਹਿੰਦੀ ਹਾਂ। ਚਮਤਕਾਰ। ਨਤੀਜੇ ਦੇ ਦਿਨ ਆਏ। ਲੋਕਾਂ ਨੇ ਸੋਚਿਆ ਸੀ ਕਿ ਪੈਸੇ ਵਾਲੇ ਉਮੀਦਵਾਰ ਜਿੱਤ ਜਾਣਗੇ, ਪਰ ਪਿੰਡ ਨੇ ਇਤਿਹਾਸ ਰਚ ਦਿੱਤਾ। ਆਵਨੀ ਵੱਡੇ ਅੰਤਰ ਨਾਲ ਜਿੱਤ ਗਈ। ਹਾਲ ਵਿੱਚ ਖੜ ਕੇ ਉਸਨੇ ਆਪਣੇ ਪਹਿਲੇ ਭਾਸ਼ਣ ਵਿੱਚ ਕਿਹਾ, ਅੱਜ ਇਹ ਮੇਰੀ ਜਿੱਤ ਨਹੀਂ, ਇਹ ਮੇਰੇ ਬਾਬਾ ਬੂਟਾ ਸਿੰਘ ਦੀ ਸੱਚਾਈ ਦੀ ਜਿੱਤ ਹੈ। ਵਿਰਾਸਤ ਦੀ ਨਵੀਂ ਦਿਸ਼ਾ। ਆਵਨੀ ਨੇ ਆਪਣੀ ਪਾਲਿਸੀ ਬਣਾਈ, ਕੋਈ ਰਿਸ਼ਵਤ ਨਹੀਂ, ਕੋਈ ਧੋਖਾ ਨਹੀਂ। ਹੌਲੀ-ਹੌਲੀ ਲੋਕਾਂ ਨੇ ਵੇਖਿਆ ਕਿ ਸੱਚਾਈ ਸਿਆਸਤ ਵਿੱਚ ਵੀ ਜੜ੍ਹਾਂ ਪਾ ਸਕਦੀ ਹੈ। ਪਿੰਡ ਦੇ ਬੱਚੇ ਕਹਿਣ ਲੱਗੇ, ਅਸੀਂ ਵੀ ਵੱਡੇ ਹੋ ਕੇ ਸੱਚੇ ਨੇਤਾ ਬਣਾਂਗੇ, ਝੂਠੇ ਨਹੀਂ। ਆਖਰੀ ਦਰਿਸ਼। ਇੱਕ ਸ਼ਾਮ ਆਵਨੀ ਪਿੰਡ ਦੀ ਸਭਾ ਵਿੱਚ ਖੜੀ ਸੀ। ਉਸਦੇ ਨਾਲ ਉਸਦੀ ਮਾਂ ਸਿਮਰਨ, ਪਿਓ ਹਰਮੀਤ, ਮਾਸੀ ਗੁਰਪ੍ਰੀਤ ਤੇ ਸਾਰੇ ਪਰਿਵਾਰ ਦੇ ਮੈਂਬਰ ਸਨ। ਆਵਨੀ ਨੇ ਆਸਮਾਨ ਵੱਲ ਦੇਖ ਕੇ ਕਿਹਾ, ਬਾਬਾ ਬੂਟਾ ਸਿੰਘ, ਤੁਹਾਡਾ ਬੀਜ ਹੁਣ ਸਿਰਫ ਦੁਕਾਨ, ਵਪਾਰ ਤੇ ਸਕੂਲਾਂ ਵਿੱਚ ਨਹੀਂ, ਸਿਆਸਤ ਵਿੱਚ ਵੀ ਫੁੱਲ ਰਿਹਾ ਹੈ। ਅਤੇ ਲੋਕਾਂ ਦੀਆਂ ਅੱਖਾਂ ਵਿੱਚੋਂ ਹੰਝੂ ਲੁੜਕ ਪਏ। ਅੰਤਿਮ ਸਿੱਖਿਆ। ਸੱਚ ਦਾ ਰਾਹ ਪੀੜ੍ਹੀਆਂ ਤੱਕ ਜਦੋਂ ਵਗਦਾ ਹੈ, ਤਾਂ ਉਹ ਸਿਰਫ ਘਰ ਜਾਂ ਕਾਰੋਬਾਰ ਦੀ ਸੀਮਾ ਨਹੀਂ ਰਹਿੰਦਾ, ਉਹ ਸਮਾਜ, ਸਿਆਸਤ ਤੇ ਸੰਸਾਰ ਦਾ ਰਾਹ ਬਣ ਜਾਂਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੁਣਨ ਲਈ।